ਸੋ ਕਿਸਾਨਾਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਠੁਕਰਾ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਸਾਨਾਂ ਵੱਲੋਂ, ਲੰਬੀ ਚੌੜੀ ਔਰ ਤਰਕ ਦੇ ਨਾਲ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਕਿਸਾਨਾਂ ਵੱਲੋਂ ਕਹੀਆਂ ਗਈਆਂ ਨੇ। ਪਹਿਲਾ ਫੈਸਲਾ ਕਿਸਾਨਾਂ ਦਾ ਕਿ ਕੇਂਦਰ ਦਾ ਸੱਦਾ ਕਿਉਂ ਠੁਕਰਾਇਆ ਗਿਆ। ਉਹਨਾਂ ਕਿਹਾ ਕਿਉਂਕਿ ਸ਼ਰਤ ਦੇ ਨਾਲ ਸੱਦਾ ਭੇਜਿਆ ਗਿਆ ਸੀ। ਸ਼ਰਤ ਰੱਖੀ ਸੀ ਕਿ ਪਹਿਲਾਂ ਕਿਸਾਨ ਬੁਰਾੜੀ ਜਾਣ ਤੇ ਜਦੋਂ ਕਿਸਾਨ ਬੁਰਾੜੀ ਚਲੇ ਜਾਣਗੇ ਅਗਲੇ ਦਿਨ ਸਰਕਾਰ ਗੱਲਬਾਤ ਕਰੇਗੀ। ਸੋ ਇਸ ਸ਼ਰਤ ਰੱਖਣ ਨੂੰ ਕਿਸਾਨਾਂ ਨੇ ਆਪਣਾ ਅਪਮਾਨ ਸਮਝਦੇ ਹੋਏ ਇਸ ਗੱਲਬਾਤ ਦੇ ਸੱਦੇ ਨੂੰ ਠੁਕਰਾ ਦਿੱਤਾ। ਦੂਜਾ ਫੈਸਲਾ ਉਹਨਾਂ ਕਿਹਾ ਹੈ ਕਿ ਉਹ ਬੁਰਾੜੀ ਮੈਦਾਨ ਨਹੀਂ ਜਾਣਗੇ ਕਿਉਂਕਿ ਉਹਨਾਂ ਦੇ ਕੋਲੇ ਇਨਫੋਰਮੇਸ਼ਨ ਹੈ ਕਿ ਬੁਰਾੜੀ ਮੈਦਾਨ ਨੂੰ ਇੱਕ ਓਪਨ ਜੇਲ੍ਹ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਹੈ। ਬਾਅਦ ਚ ਚਾਰੇ ਪਾਸਿਓਂ ਕਿਸਾਨਾਂ ਦੀ ਘੇਰਾਬੰਦੀ ਕਰ ਲਈ ਜਾਏਗੀ। ਕਿਸਾਨਾਂ ਨੇ ਫੈਸਲਾ ਕੀਤਾ ਕਿ ਘੇਰਾਬੰਦੀ ਅਸੀਂ 5 ਜਿਹੜੇ ਬਾਰਡਰ ਨੇ ਉਹਨਾਂ ਦੀ ਕਰਾਂਗੇ। ਜਿਹੜੇ 5 ਵੱਡੇ ਹਾਈਵੇਜ਼ ਦਿੱਲੀ ਦੇ ਨਾਲ ਲੱਗਦੇ ਨੇ ਉਹਨਾਂ 5 ਹਾਈਵੇਜ਼ ਨੂੰ ਰੋਕਿਆ ਜਾਏਗਾ ਤੇ ਉਹਨਾਂ ਨੂੰ ਸੀਲ ਕੀਤਾ ਜਾਏਗਾ। ਤੀਜਾ ਫੈਸਲਾ ਕਿਸਾਨਾਂ ਨੇ ਕਿਹਾ ਹੈ ਕਿ ਸਾਡੀਆਂ ਜਥੇਬੰਦੀਆਂ ਦੀ ਸੰਚਾਲਨ ਕਮੇਟੀ ਬਣੀ ਹੈ। ਉਹ ਸੰਚਾਲਨ ਕਮੇਟੀ ਨਿਰਧਾਰਿਤ ਕਰੇਗੀ ਕਿਸੇ ਵੀ ਸਿਆਸੀ ਆਗੂ ਨੂੰ ਕਿਸਾਨਾਂ ਦੀ ਸਟੇਜ ਤੇ ਬੋਲਣ ਦੀ ਇਜਾਜ਼ਤ ਨਹੀਂ ਮਿਲੇਗੀ। ਮੰਗ ਹੈ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਬਿਜਲੀ ਐਕਟ ਰੱਦ ਹੋਵੇ, ਪਰਾਲੀ ਸਾੜਨ ਵਾਲਾ ਕਾਨੂੰਨ ਰੱਦ ਹੋਵੇ, MSP ਦੀ ਗਾਰੰਟੀ ਦੇ ਲਈ ਇੱਕ ਨਵਾਂ ਕਾਨੂੰਨ ਬਣਾਇਆ ਜਾਵੇ। ਸੋ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਦਿੱਲੀ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈ, ਸਿੱਧਾ ਚੱਲਦੇ ਹਾਂ। ਪੰਕਜ ਕਬਾਹੀ ਸਾਡੇ ਸਹਿਯੋਗੀ ਜੁੜ ਰਹੇ ਨੇ। ਪੰਕਜ ਕਬਾਹੀ ਦੇ ਨਾਲ ਗੱਲਬਾਤ ਕਰਦੇ ਆ। ਪੰਕਜ, ਕਾਫੀ ਗੱਲਾਂ ਬਾਤਾਂ ਕਿਸਾਨਾਂ ਨੇ ਸਪਸ਼ਟ ਕਰ ਦਿੱਤੀਆਂ ਨੇ। ਸੋ ਜਿਸ ਤਰੀਕੇ ਨਾਲ ਸਮਝ ਰਹੇ ਸੀ, ਮੰਨਿਆ ਜਾ ਰਿਹਾ ਸੀ ਕਿ ਕਿਸਾਨਾਂ ਨੇ ਜੋ 1 ਮਹੀਨੇ ਤੋਂ ਪੂਰੀ ਰਣਨੀਤੀ ਅਖਤਿਆਰ ਕੀਤੀ ਸੀ, ਪੂਰੀ ਸਟ੍ਰੈਟਜੀ ਅਪਣਾਈ ਸੀ ਕਿ ਜੇ ਦਿੱਲੀ ਬੈਠਣਾ ਪੈ ਗਿਆ ਲੰਮਾ ਸੰਘਰਸ਼ ਚੱਲ ਸਕਦਾ ਹੈ, ਤਿਆਰੀ ਪੂਰੀ ਵਿੱਢੀ ਸੀ। ਹੁਣ ਉਹ ਤਿਆਰੀ ਜਿਹੜੀ ਹੈ ਹੁਣ ਉਸ ਤੇ ਪਹਿਰਾ ਦਿੰਦੇ ਕਿਸਾਨ ਨਜ਼ਰ ਆ ਰਹੇ ਨੇ। ਕਹਿ ਰਹੇ ਨੇ ਕਿ ਜਿੰਨਾ ਮਰਜ਼ੀ ਸਮਾਂ ਲੱਗ ਜੇ ਹੁਣ ਇੱਥੇ ਹੀ ਬੈਠਣਾ ਹੈ। बिल्कुल बिल्कुल विजयपाल, क्योंकि किसानों ने प्रेस कॉन्फ्रेंस की और किसान आगुआं का साफ तौर पर कहना सीगा कि हुण पिछे नहीं हटांगे, इसे जगह पर बैठे रहांगे और दिल्ली नूं 5 तरीके दे नाल बंद कर देंगे। जो 5 राह पैंदे ने, जो 5 बार्डर लगते हैं उन्होंने बंद कर दिता जाएगा। 2 या 3 अजे बॉर्डर खुले हुए हैं। और नाल ही नाल ये भी कहा कि जो बुराड़ी असी क्यों नहीं जा रहे, बुराड़ी इस करके नहीं जा रहे क्योंकि ये किसानों वालों इल्जाम लगाए गए कि दिल्ली पुलिस की तैयारी सी कि उत्थे घेराबंदी किसानों की की जाए। इस वे दिल्ली की घेराबंदी किसानों ने की हुई है, लेकिन अगर बुराड़ी जाएगे तो उत्थे किसानों की घेराबंदी हो जानी सी, इस करके वो नहीं जा रहे। ओपन जेल जो है बुराड़ी नूं बनाया गया सीगा और किसान कह रहे हैं कि असी इत्थे ही चाहे सिंघू बॉर्डर होवे या फिर दूसरे बॉर्डर होण उत्थे इत्थे ही डट के बैठे रहांगे। तस्वीरां दिखा रहे हैं कि वख-वख आगू इस वेले गलबात कर रहे हैं और कई सारे आगू जिहड़े ने उन्हां नाल गलबात करन दी कोशिश करांगे कि हुण जिहड़ी प्रेस कॉन्फ्रेंस उन्हां वल्लों कीती गई है और अगली रणनीति की रहेगी, क्योंकि कई सारियां जथेबंदियां ने, कई सारी जथेबंदियां दे वक्खो-वक्ख सुझाव आंदे ने और इसे वजह करके वक्खो-वक्ख सुझाव आंदे ने तां सारियां, क्योंकि ये कहा जा रहा है कि 11 बजे रोज़ाना प्रेस कॉन्फ्रेंस की जाएगी। 11 बजे रोज़ाना प्रेस कॉन्फ्रेंस करन तो 11 बजे डेली मीटिंग की जाएगी और उस तो बाद शाम नूं प्रेस कॉन्फ्रेंस की जाएगी। और जिहड़ी मंच है ये मंच 2 ट्रैक्टर लगा के पंकज ਤੁਹਾਨੂੰ ਰੋਕਣਾ ਚਾਹੂੰਗਾ ਇੱਕ ਸੈਕਿੰਡ ਲਈ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੁੜੇ ਨੇ, ਬੀਜੇਪੀ ਦੇ ਆਗੂ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨਾਲ ਮੀਟਿੰਗ ਕਰਵਾਉਣ ਦੀ। ਹਰਜੀਤ ਸਿੰਘ ਗਰੇਵਾਲ ਨੇ ਕੋਸ਼ਿਸ਼ ਕੀਤੀ ਸੀ ਅਮਿਤ ਸ਼ਾਹ ਹੋਰਾਂ ਨਾਲ ਮੀਟਿੰਗ ਕਰਕੇ, ਪਰ ਹੁਣ ਲੱਗਦਾ ਕਿ ਗੱਲਬਾਤ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਗਰੇਵਾਲ ਸਾਹਿਬ, ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼ਰਤਾਂ ਮਨਜ਼ੂਰ ਨਹੀਂ ਹਨ। नहीं है विजयपाल जी, एक चीज मैं दसा, जी उन्होंने गलतफहमी हो गई शर्त की। शर्त बिना शर्त ही लैटर मिलेगा उन्होंने और इस करके है कि इस टाइम सर्दी का टाइम है, कोविड का टाइम है, सोशल डिस्टेंस भी मेनटेन करना है और हेल्थ प्रॉब्लम भी है, पानी की प्रॉब्लम भी है और टॉयलेट्स भी चाहिए ने। उत्थे सुविधा हैगी बुराड़ी के मैदान से, बाकी जगह जिथे भी वो रुक रहे हैं उत्थे इन्नी ज्यादा सुविधा नहीं हैगी है। इस करके वो रिक्वेस्ट उन्होंने की थी, कोई शर्त नहीं है। उन्होंने अनकंडीशनल लैटर इशू हो जाएगा और उन्होंने बुलाया जाएगा, गल होएगी। बिल्कुल उन्होंने जो जेन्युइन प्रॉब्लम ने उन्होंने एड्रेस किया जाऊगा। ऐसी कोई गल नहीं कि सरकार कह रहे हैं कि ओपन जेल बनाई है बुराड़ी के किसान सारे उत्थे इकट्ठे होण ते बाद च घेरा पा लिया जावे। विजयपाल जी अपने रिपोर्टर नूं भेज दो, मेरे नाल भेज दो। जिन्हें भी बाहर जाना हो बाहर जा सकता, जिन्हें अंदर आना हो अंदर आ सकता। ऐसी कोई गल ही नहीं है, ओपन जेल कुछ नहीं है और उन्होंने बैठन की उत्थे सुविधा हैगी। बाकी किसी जगह इन्ना बड़ा मैदान नहीं है। जिस तरह हुण ज्यादा संख्या च किसान आ गया और किसी मैदान च बैठ ही नहीं सकते। जिथे जंतर मंतर की गल करते उत्थे 2000 तो वध लोग आ ही नहीं सकते। हाँ, 2-2 ट्रालियां जुड़ियां हुई ने, इन्ना बड़िया ट्रालियां का खड़ा होना
ਉਹ ਸਾਰਾ ਕੁਝ ਹੋਣਾ। ਉਹਨਾਂ ਨੂੰ ਆਉਣ ਜਾਣ ਦੀ ਕੋਈ ਦਿੱਕਤ ਨਹੀਂ, ਕਿਤੇ ਉਹ ਡੈਮੋਨਸਟ੍ਰੇਸ਼ਨ ਕਰਨਾ ਚਾਹੁੰਦੇ ਹੋਣ, ਜਾਣਾ ਚਾਹੁੰਦੇ ਹੋਣ, ਜਾ ਸਕਦੇ ਆ। ਪਰ ਉੱਥੇ ਇੱਕ ਸੁਵਿਧਾ ਉਹਨਾਂ ਨੂੰ ਟਾਇਲਟਸ ਦੀ ਵੀ ਰਹੇਗੀ, ਹੈਲਥ ਦੀ ਵੀ ਰਹੇਗੀ, ਪਾਣੀ ਦੀ ਵੀ ਰਹੇਗੀ, ਔਰ ਸਪੇਸ ਵੀ ਬਹੁਤ ਜ਼ਿਆਦਾ ਹੈਗੀ ਆ। ਤੇ ਇਸ ਕਰਕੇ ਆ ਤੇ ਹੋਰ ਕੋਈ ਐਸੀ ਇਹ ਨਹੀਂ ਕਿ ਉਹਨਾਂ ਨੂੰ ਕੋਈ ਜੇਲ੍ਹ 'ਚ ਪਾ ਰਹੇ ਆ। ਕਿਸਾਨਾਂ ਨੇ ਵੈਸੇ ਗੱਲ ਕਹੀ ਹੈ ਕਿ ਸਾਨੂੰ ਬਿਨਾਂ ਸ਼ਰਤ ਚਿੱਠੀ ਆਏਗੀ ਤਾਂ ਸਾਡਾ ਗੱਲਬਾਤ ਦਾ ਰਸਤਾ ਖੁੱਲ੍ਹਾ ਤੇ ਅਸੀਂ ਕਰਨ ਵੀ ਜਾਵਾਂਗੇ। ਉਹ ਨਹੀਂ ਆਏਗੀ, ਕੱਲ ਹੀ ਮਿਲ ਜੇਗੀ ਉਹਨਾਂ ਨੂੰ, ਕੋਈ ਐਸੀ ਗੱਲ ਨਹੀਂ ਹੈ। ਉਹ ਐਵੇਂ ਗਲਤਫਹਿਮੀ ਹੈ, ਉਹ ऐसा कुछ नहीं है। क्यों ये गलतफहमी है, क्यों ये विश्वास नहीं है कि सरकार किसानां दी है और किसान सरकार दे है। आपस च सीधी गलबात होनी है, किसी पोलिटिकल पार्टी की गल नहीं, किसी होर व्यक्ति की गल नहीं। ਤੇ ਸਿੱਧੀ ਗੱਲਬਾਤ ਦੇ ਅੰਦਰ ਮੈਨੂੰ ਲੱਗਦਾ ਕਿ ਇਹਦੇ ਹੱਲ ਵੀ ਨਿਕਲਣਗੇ, ਐਸੀ ਕੋਈ ਗੱਲ ਨਹੀਂ। ਗਰੇਵਾਲ ਸਾਹਿਬ, ਕਿਤੇ ਨਾ ਕਿਤੇ ਇਹਦੀ ਵਜ੍ਹਾ ਇਹ ਵੀ ਹੈ ਕਿ ਇੱਕ ਪਾਸੇ ਕਿਸਾਨਾਂ ਨੂੰ ਚਿੱਠੀ ਦਾ ਸੱਦਾ ਪੱਤਰ ਜਾਂਦਾ ਹੈ ਔਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦੇ ਨੇ ਜਾਂ ਫਿਰ ਖੇਤੀਬਾੜੀ ਮੰਤਰੀ ਬਿਆਨ ਦਿੰਦੇ ਨੇ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ 'ਚ ਨੇ, ਕਿਸਾਨਾਂ ਦੇ ਫਾਇਦੇ ਲਈ ਬਣਾਏ ਜਾਂਦੇ ਨੇ, ਵਾਪਸ ਕਿਸੇ ਹਾਲਤ 'ਚ ਨਹੀਂ ਹੋਣਗੇ। ਪੈਰਲਲੀ ਐਸਾ ਬਿਆਨ ਆ ਜਾਂਦਾ ਹੈ ਔਰ ਉਹੀ ਬਿਆਨ ਕਿਤੇ ਨਾ ਕਿਤੇ ਫਿਰ ਕਿਸਾਨਾਂ ਦੇ ਕਦਮਾਂ ਨੂੰ ਰੋਕਦਾ। ਨਹੀਂ, ਇੱਕ ਮਿੰਟ ਗੱਲ ਸੁਣੋ ਜੀ। ਸਾਡੀ ਮੈਂ ਵੀ ਇਹ ਗੱਲ ਕਹਿਣਾ ਕਿ ਸਾਡੀ ਸਰਕਾਰ ਨੇ ਕਾਨੂੰਨ ਜਿਹੜੇ ਆ ਉਹ ਕਿਸਾਨਾਂ ਦੇ ਹਿੱਤ ਲਈ ਬਣਾਏ ਆ, ਅੱਛੇ ਲਈ ਬਣਾਏ ਆ। ਔਰ ਪਰ ਕਿਸਾਨ ਕਹਿ ਰਹੇ ਨੇ ਅਸੀਂ ਮੰਗੇ ਹੀ ਨਹੀਂ। ਉਹ ਗੱਲ ਤਾਂ ਸੁਣ ਲਓ, ਦੋ ਤਿੰਨ ਗੱਲਾਂ ਮੈਂ ਦੇਖੋ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਨੇ, ਇਸ ਵੇਲੇ ਪ੍ਰੈਸ ਕਾਨਫਰੰਸ ਹੋਈ ਹੈ, ਸਪਸ਼ਟ ਤੌਰ ਤੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ। ਉਹ ਕਹਿੰਦੀ ਕਿ ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਕਾਨੂੰਨ ਕਿਸਾਨਾਂ ਦੇ ਭਲੇ ਲਈ ਬਣਾਏ, ਪਹਿਲੀ ਗੱਲ ਤੇ ਕਾਨੂੰਨ ਕਿਸਾਨਾਂ ਨੇ ਮੰਗੇ ਹੀ ਨਹੀਂ ਸੀ ਜਾਂ ਕਿਸਾਨਾਂ ਦੀ ਡਿਮਾਂਡ ਹੀ ਨਹੀਂ ਸੀ ਕਿ ਕਾਨੂੰਨ ਬਣਾਏ। ਔਰ ਦੂਸਰੀ ਗੱਲ ਉਹਨਾਂ ਨੇ ਸਪਸ਼ਟ ਤੌਰ ਤੇ ਕਹੀ ਹੈ ਕਿ ਸਰਕਾਰ ਵਾਰ-ਵਾਰ ਵਿਚੋਲੀਏ ਕਹਿੰਦੀ ਹੈ, ਪਰ ਸਾਡੇ ਵਿਚੋਲੀਏ ਨਹੀਂ, ਉਹ ਸਰਵਿਸ ਪ੍ਰੋਵਾਈਡਰ ਹੈ। ਵਿਚੋਲੀਏ ਤਾਂ ਮੰਨਿਆ ਜਾਵੇ ਜੇ ਉਹ ਕਿਸਾਨਾਂ ਤੋਂ 1500-1600 ਫਸਲ ਖਰੀਦ ਕੇ ਆੜਤੀ ਗਾਂ 1900 2000 2500 ਚ ਵੇਚਦੇ ਹੋਣ, ਉਹ ਤਾਂ ਸੇਮ ਰੇਟ MSP ਦਾ ਦਿੰਦੇ ਆ, ਸਿਰਫ ਸਰਵਿਸ ਪ੍ਰੋਵਾਈਡਰ ਦੇ ਪੈਸੇ ਲੈਂਦੇ ਆ ਜੀ। ਇੱਕ ਤਾਂ ਪਹਿਲੀ ਗੱਲ ਵਿਜੇਪਾਲ ਜੀ, ਆੜਤੀਆਂ ਨੂੰ ਵਿਚੋਲੀਏ ਨਹੀਂ ਕਿਹਾ, ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ। ਜਾਂ ਤਾਂ ਭਾਸ਼ਾ ਦੀ ਵਜ੍ਹਾ ਕਰਕੇ ਹੋ ਸਕਦਾ ਜਾਂ ਸਮਝਣ ਦੀ ਵਜ੍ਹਾ ਕਰਕੇ ਹੋ ਸਕਦਾ। ਉਹ ਲੋਕਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਵਿਚੋਲੀਏ ਕੌਣ ਨੇ, ਜਿਹੜੇ ਯੂਪੀ ਬਿਹਾਰ ਤੋਂ ਸਸਤਾ ਖਰੀਦ ਕੇ ਲਿਆ ਕੇ ਇੱਥੇ ਮੰਡੀਆਂ ਜਿਨ੍ਹਾਂ ਨੇ ਵੇਚਿਆ ਔਰ ਕਰੋੜਾਂ ਰੁਪਏ ਦਾ ਘਪਲਾ ਹੋਇਆ ਔਰ ਪੈਦਾਵਾਰ ਪਿੱਛੇ ਜਿੰਨੀ ਹੋਈ ਹੈ 30% ਜ਼ਿਆਦਾ ਖਰੀਦ ਕਰਨੀ ਪਈ ਹੈ ਭਾਰਤ ਸਰਕਾਰ ਨੂੰ ਪੰਜਾਬ ਦੇ ਅੰਦਰ। ਹੁਣ ਤੁਸੀਂ ਸਮਝੀਏ, ਉਹ ਵਿਚੋਲੀਏ ਸੀ ਜਿਹੜੇ ਕਰੋੜ 2-2 ਕਰੋੜ ਰੋਜ਼ ਦਾ ਕਮਾ ਰਹੇ ਸੀ। ਤੇ ਉਹਨਾਂ ਨੂੰ ਕਿਹਾ, ਆੜਤੀਆਂ ਨੂੰ ਨਹੀਂ ਕਹੀ ਇਹ ਗੱਲ। ਔਰ ਦੂਸਰੀ ਗੱਲ, ਕਿਸਾਨਾਂ ਦੇ ਨਾਲ ਬੈਠ ਕੇ ਜਦੋਂ ਟੇਬਲ ਟਾਕ ਹੋਏਗੀ ਆਮਣੇ ਸਾਹਮਣੇ, ਸਰਕਾਰ ਨੂੰ ਵੀ ਸਮਝਾ ਸਕਦੇ ਨੇ, ਉਹ ਸਰਕਾਰ ਉਹਨਾਂ ਨੂੰ ਵੀ ਦੱਸ ਸਕਦੀ ਹੈ ਆਪਦੇ ਮਨ ਦੀ ਗੱਲ, ਤੇ ਗੱਲ ਖੁੱਲ ਕੇ ਹੋਏਗੀ। ਪਹਿਲਾਂ ਵੀ ਬੜੀ ਅੱਛੀ ਗੱਲਬਾਤ ਹੋਈ ਸੀ, ਹੁਣ ਵੀ ਹੋਣੀ ਹੈ। ਇਹ 2-3 ਵਾਰ ਬੈਠਣਾ ਪੈਣਾ ਆਪਸ 'ਚ ਔਰ ਇਹ ਸਾਰਾ ਹੱਲ ਹੋ ਜਾਣਾ। ਚਲੋ ਗਰੇਵਾਲ ਜੀ, ਗੱਲ ਇਹ ਹੈ ਤੁਸੀਂ ਔਰ ਗਿਆਨੀ ਸਾਹਿਬ ਤੁਸੀਂ ਐਫਰਟ ਕਰ ਰਹੇ ਹੋ। ਅਸੀਂ ਤੁਹਾਡੀਆਂ ਤਸਵੀਰਾਂ ਵੀ ਦੇਖੀਆਂ, ਮੁਲਾਕਾਤ ਦਾ ਵੀ ਪਤਾ ਚੱਲਿਆ ਕਿ ਤੁਸੀਂ ਕੇਂਦਰੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਕਿ ਇਸ ਮੀਟਿੰਗ ਨੂੰ ਸਿਰੇ ਚੜਾਇਆ ਜਾਵੇ ਜਾਂ ਕੋਸ਼ਿਸ਼ ਕੀਤੀ ਹੈ। ਚਲੋ ਕੋਸ਼ਿਸ਼ ਚੰਗੀ ਹੈ, ਪੰਜਾਬ BJP ਦੇ ਆਗੂ ਹੋਣ ਦੇ ਨਾਤੇ ਕਰਨੀ ਵੀ ਚਾਹੀਦੀ ਹੈ ਕਿ ਕਿਸਾਨਾਂ ਦੇ ਨਾਲ ਮੁਲਾਕਾਤ ਕਰਾਈ ਜਾਵੇ। ਪਰ ਵਾਰ-ਵਾਰ ਸ਼ਿਸ਼ੋਪੰਜ ਕਿਉਂ ਪੈਦਾ ਹੋ ਜਾਂਦਾ ਹੈ? ਕਿਉਂ ਸ਼ਰਤ ਉਧਰੋਂ ਆ ਜਾਂਦਾ ਕਿ ਪਹਿਲਾਂ ਉੱਥੇ ਜਾਓ ਬਰਾੜੀ ਫੇਰ ਗੱਲ ਕਰਾਂਗੇ, ਤੁਸੀਂ ਸਿੱਧਾ ਇੱਕ ਚਿੱਠੀ ਭੇਜੋ। ਔਰ ਇੱਕ ਚੀਜ਼ ਹੋਰ ਗਰੇਵਾਲ ਜੀ, ਇੱਕ ਚੀਜ਼ ਹੋਰ ਜਿਹੜੀ ਕਿਸਾਨਾਂ ਨੇ ਕਹੀ ਹੈ, ਉਹ ਕਹਿੰਦੇ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਇਹ ਸਾਬਿਤ ਕਰਨ ਤੇ ਤੁਲੀ ਹੈ ਕਿ ਇਹ ਅੰਦੋਲਨ ਕੱਲਾ ਪੰਜਾਬ ਦਾ ਹੈ ਔਰ ਇਸੇ ਕਰਕੇ ਸਿਰਫ ਪੰਜਾਬ ਦੇ ਨੇਤਾਵਾਂ ਦੇ ਨਾਂ ਤੇ ਚਿੱਠੀ ਜਾਰੀ ਹੁੰਦੀ ਹੈ, ਜਦੋਂ ਕਿ ਚਿੱਠੀ ਜਾਰੀ ਕਿਸਾਨ ਸੰਯੁਕਤ ਮੋਰਚੇ ਦੇ ਨਾਂ ਤੇ ਹੋਣੀ ਚਾਹੀਦੀ ਹੈ। ਗੱਲ ਕਰਨ ਦੀ ਕੋਸ਼ਿਸ਼ ਦੁਬਾਰਾ ਕਰਾਂਗੇ ਹਰਜੀਤ ਗਰੇਵਾਲ ਹੋਰਾਂ ਨੂੰ, ਸ਼ਾਇਦ ਸਾਡਾ ਸਵਾਲ ਉਹਨਾਂ ਤੱਕ ਨਹੀਂ ਪਹੁੰਚਿਆ ਔਰ ਫੋਨ ਡਿਸਕਨੈਕਟ ਹੋ ਗਿਆ। ਦੁਬਾਰਾ ਜੁੜਨਗੇ ਤਾਂ ਜ਼ਰੂਰ ਇਹੀ ਸਵਾਲ ਪੁੱਛਾਂਗੇ। ਪੰਕਜ ਕਪਾਹੀ ਦਾ ਇੱਕ ਵਾਰੀ ਫਿਰ ਰੁਕ ਕਰ ਲੈਂਦੇ ਹਾਂ। ਪੰਕਜ, BJP ਦੇ ਆਗੂ ਸਾਡੇ ਨਾਲ ਜੁੜ ਰਹੇ ਨੇ, ਉਹ ਕਹਿ ਰਹੇ ਨੇ ਕਿ ਗਲਤਫਹਿਮੀ ਹੋਈ ਹੈ, ਸ਼ਰਤ ਵਾਲੀ ਕੋਈ ਗੱਲ ਨਹੀਂ ਸੀ, ਚਿੱਠੀ ਦੇ ਵਿੱਚ ਸਿਰਫ ਇਹ ਲਿਖਿਆ ਸੀ ਕਿ ਉੱਥੇ ਸਹੂਲਤਾਂ ਜ਼ਿਆਦੇ ਨੇ, ਤੁਸੀਂ ਬੈਠ ਜਾਓ, ਅਸੀਂ ਬਿਨਾਂ ਸ਼ਰਤ ਵੀ ਚਿੱਠੀ ਜਾਰੀ ਕਰਵਾ ਦੇਵਾਂਗੇ ਔਰ ਕੱਲ ਤੱਕ ਉਹ ਚਿੱਠੀ ਵੀ ਜਾਰੀ ਹੋ ਜਾਏਗੀ। ਹਰਜੀਤ ਗਰੇਵਾਲ ਜੁੜੇ ਹੋਏ ਸੀ ਹੁਣੇ, ਕੁਝ ਹੋਰ ਸਵਾਲ ਪੁੱਛਣੇ ਸੀ, ਫੋਨ ਕੱਟ ਗਿਆ। ਪਰ ਕਿਸਾਨ ਇਸ ਨੂੰ ਹੁਣ ਕਿਸ ਤਰੀਕੇ ਨਾਲ ਦੇਖ ਰਹੇ ਆ? ਬਿਲਕੁਲ, ਇਸ ਵੇਲੇ ਦੋ ਜਥੇਬੰਦੀਆਂ ਦੇ ਆਗੂ ਆਪਣੇ ਨਾਲ ਜੁੜੇ ਨੇ। ਇਸ ਵੇਲੇ ਲੱਖੋਵਾਲ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਔਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਜੁੜੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜੋ BJP ਨੇ ਕਿਹਾ ਹੈ ਉਸ ਤੇ ਗੱਲਬਾਤ ਕਰ ਲੈਂਦੇ ਹਾਂ। ਹਰਜੀਤ ਸਿੰਘ ਗਰੇਵਾਲ BJP ਆਗੂ ਕਹਿ ਰਹੇ ਕਿ ਕੁਝ ਗਲਤ ਫਹਿਮੀਆਂ ਹੋਈਆਂ ਨੇ, ਅਸੀਂ ਬੁਰਾੜੀ ਇਸ ਕਰਕੇ ਥਾਂ ਰੱਖੀ ਸੀਗੀ ਕਿਉਂਕਿ ਉੱਥੇ ਇੰਤਜ਼ਾਮ ਜ਼ਿਆਦਾ ਸੀਗੇ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ
ਕਿਸੇ ਵੀ ਤਰੀਕੇ ਦੇ ਨਾਲ ਕੋਈ ਓਪਨ ਜੇਲ੍ਹ ਨਹੀਂ ਬਣਾਏਗੀ, ਕਿਸਾਨਾਂ ਨੂੰ ਗਲਤਫਹਿਮੀ ਹੋਈ ਹੈ। ਨਹੀਂ, ਸਾਨੂੰ ਲਿਜਾਣਾ ਕਿਉਂ ਚਾਹੁੰਦੇ ਆ? ਉਹ ਗੱਲਬਾਤ 3 ਤਰੀਕ ਦੀ ਕਰਨੀ ਕਿਉਂ ਚਾਹੁੰਦੇ ਆ? ਫਿਰ ਕੰਡੀਸ਼ਨ ਲਾ ਕੇ ਸਾਨੂੰ ਅਮਿਤ ਸ਼ਾਹ ਜੀ ਨੇ ਚਿੱਠੀ ਲਿਖੀ ਹੈ ਜਿਹੜੀ ਸਾਡੇ ਕੋਲ ਆਈ ਆ, ਬਈ ਪਹਿਲਾਂ ਬਰਾੜੀ ਜਾਓ, ਫਿਰ ਤੁਹਾਡੇ ਨਾਲ ਦੂਸਰੇ ਦਿਨ ਗੱਲਬਾਤ ਕੀਤੀ ਜਾਊ। ਇਹਦਾ ਕੀ ਮਤਲਬ ਹੋਇਆ? ਉਹ ਕਹਿੰਦੇ ਕਿ ਗਲਤਫਹਿਮੀ ਹੋਈ ਹੈ, ਅਗਰ ਬਿਨਾਂ ਸ਼ਰਤ ਤੋਂ ਤੁਹਾਨੂੰ ਲੱਗਦਾ ਹੈ ਤੇ ਅਗਲੀ ਚਿੱਠੀ ਵੀ ਜਿਹੜੀ ਆ ਉਹ ਕਢਵਾ ਦੇਵਾਂਗੇ, ਇਸ ਤਰੀਕੇ ਦੀ ਕੋਈ ਕੰਡੀਸ਼ਨ ਜਾਂ ਕੋਈ ਸ਼ਰਤ ਨਹੀਂ ਰੱਖੇਗੀ, ਇਹ ਹਰਜੀਤ ਗਰੇਵਾਲ ਕਹਿ ਰਹੇ। ਕਢਵਾ ਦੇਣ, ਅਸੀਂ ਗੱਲਬਾਤ ਕਰਨ ਲਈ ਜਾਣ ਲਈ ਤਿਆਰ ਆ। ਕਿਉਂ ਸਾਨੂੰ ਇੱਥੇ ਬਿਠਾਇਆ ਸੀ 20-25 ਕਿਲੋਮੀਟਰ ਉੱਥੇ ਜਾਈਏ, ਇੱਥੇ ਹੀ ਗੱਲਬਾਤ ਕਰਕੇ ਸਾਡੇ ਨਾਲ ਨਿਮੇੜਨ। ਸਾਡੇ ਮੇਨ ਮੰਗਾਂ ਅਸੀਂ ਇਹਨਾਂ ਨੂੰ ਲਿਖ ਕੇ ਦਿੱਤੀਆਂ ਹੋਈਆਂ ਨੇ। 3 ਕਾਲੇ ਕਾਨੂੰਨ ਜਿਹੜੇ ਨੇ ਬਿੱਲ ਬਣੇ ਨੇ ਉਹ ਵਾਪਸ ਲੈ ਲੈਣ, 2 ਜਿਹੜੇ ਆਰਡੀਨੈਂਸ ਆ ਉਹਨਾਂ ਨੂੰ ਵਾਪਸ ਲੈ ਲੈਣ। ਕਹਿ ਰਹੇ ਹੋ ਕਿ ਅਗਰ ਕੋਈ ਸ਼ਰਤ ਨਹੀਂ ਹੁੰਦੀ ਤਾਂ ਫਿਰ ਅਗਰ ਕੇਂਦਰ ਸਰਕਾਰ ਬੁਲਾਉਂਦੀ ਹੈ ਤਾਂ ਗੱਲਬਾਤ ਕਰਾਂਗੇ। ਅਸੀਂ ਅੱਜ ਜਾਣ ਲਈ ਤਿਆਰ ਸੀ, ਜੇ ਸ਼ਰਤ ਕਰਕੇ ਨਹੀਂ ਅਸੀਂ ਗਏ ਹੈਗੇ। ਅਸੀਂ ਕੋਈ ਸ਼ਰਤ ਮੰਨਣ ਲਈ ਤਿਆਰ ਨਹੀਂ। ਹੁਣ ਅਸੀਂ ਪੱਕੇ ਤੌਰ ਤੇ ਇੱਥੇ ਬੈਠ ਗਏ ਆ। ਸਾਰੇ ਬਾਰਡਰ ਜਿਵੇਂ ਪੰਜਾਬ ਤੋਂ ਆਏ ਨੇ ਉਹ ਬਾਰਡਰ ਬੰਦ ਨੇ, ਯੂਪੀ ਵਾਲਾ ਵੀ ਬੰਦ ਹੋ ਗਿਆ। ਆਉਂਦੇ 2-3 ਦਿਨਾਂ ਦੇ ਵਿੱਚ ਜਿੰਨੇ ਦਿੱਲੀ ਨੂੰ ਨਾਕੇ ਆਉਂਦੇ ਆ ਪੂਰਨ ਤੌਰ ਤੇ ਨਾਕਾਬੰਦੀ ਕਰ ਦਿੱਤੀ ਜਾਊ। ਪੂਰਨ ਤੌਰ ਤੇ ਅਸੀਂ ਉਹਨਾਂ ਨੂੰ ਬੰਦ ਕਰ ਦਵਾਂਗੇ, ਫਿਰ ਅਸੀਂ ਦੇਖਾਂਗੇ ਵੀ ਸਾਨੂੰ ਸਾਧੇ ਜਾਂ ਨਹੀਂ ਸਾਧੇ। ਦੂਜੇ ਪਾਸੇ ਇਹ ਕਿਹਾ ਗਿਆ ਕਿ ਬੁਰਾੜੀ ਜੇਲ੍ਹ ਨੂੰ ਓਪਨ ਜੇਲ੍ਹ ਨਹੀਂ ਬਣਾਇਆ ਗਿਆ, ਇਹ ਗਲਤਫਹਿਮੀ ਹੋਈ ਹੈ। ਵੇਖੋ ਗੱਲ ਸੁਣੋ, ਅਸੀਂ ਤਾਂ ਇਹੀ ਗੱਲ ਕਹਿੰਦੇ ਆ ਵੀ ਜੇਲ੍ਹ ਹੈ ਚਾਹੇ ਨਾ, ਸਾਨੂੰ ਸ਼ੱਕ ਉਹਦਾ ਜੇਲ੍ਹ ਆ, ਓਪਨ ਜੇਲ੍ਹ ਹੈ, ਉਹਦੇ ਵਿੱਚ ਸਾਨੂੰ ਬੰਦ ਕਰਨਾ ਚਾਹੁੰਦੇ ਨੇ। ਇਸ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਕਿਹੜੀ ਗੱਲ ਤੋਂ ਤੁਸੀਂ ਸਾਨੂੰ ਉੱਥੇ ਬਿਠਾਉਣਾ ਚਾਹੁੰਦੇ ਹੋ ਜਾਂ ਉੱਥੇ ਭੇਜਣਾ ਚਾਹੁੰਦੇ ਹੋ। ਜਿੰਨੇ ਚਿਰ 'ਚ ਅਸੀਂ ਪਹੁੰਚਣਾ ਹੈ ਉੱਥੇ 20-25 ਕਿਲੋਮੀਟਰ, ਇੰਨੇ ਚਿਰ ਦੇ ਵਿੱਚ ਗੱਲ ਖਤਮ ਹੋ ਜਾਂਦੀ ਹੈ। ਇਹ ਸਾਡੇ ਕਾਨੂੰਨ ਜਿਹੜੇ ਸਾਡੇ ਖਿਲਾਫ ਉਹਨਾਂ ਨੇ ਲਿਆਂਦੇ ਨੇ, ਉਹਨਾਂ ਨੂੰ ਇਹ ਰੱਦ ਕਰ ਦੇਣ, ਅਸੀਂ ਵਾਪਸ ਜਾਵਾਂਗੇ। ਸਾਨੂੰ ਕੀ ਲੋੜ ਹੈ 25 ਕਿਲੋਮੀਟਰ ਅੱਗੇ ਜਾਣ ਦੀ? ਇਸ ਕਰਕੇ ਅਸੀਂ ਇੱਕੋ ਗੱਲ ਕਹਿੰਦੇ ਉਹਨਾਂ ਨੂੰ ਵੀ ਜਿਹੜੇ ਤੁਸੀਂ ਕਾਲੇ ਕਾਨੂੰਨ ਲਿਆਂਦੇ ਨੇ, ਕਿਸਾਨਾਂ ਦੇ ਮੌਤ ਦੇ ਵਾਰੰਟ ਲੈ ਕੇ ਆਏ ਹੋ, ਉਹਨਾਂ ਨੂੰ ਖਤਮ ਕਰੋ। ਲੇਕਿਨ ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਹੋਰੀ ਕਹਿ ਰਹੇ ਨੇ ਕਿ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ, ਖੇਤੀ ਬਦਲ ਜਾਏਗੀ, ਆਮਦਨ 'ਚ ਫਾਇਦਾ ਹੋਏਗਾ, ਬੰਧਨ ਟੁੱਟ ਜਾਣਗੇ, ਪਰਾਲੀ ਨੂੰ ਫਾਇਦਾ ਹੋਏਗਾ। ਇਹ ਅੱਜ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ। ਵੇਖੋ, ਪ੍ਰਧਾਨ ਮੰਤਰੀ ਜੀ ਤਾਂ ਜਦੋਂ ਦੇ ਬਣੇ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਮਨ ਕੀ ਬਾਤ ਹੀ ਕਰ ਰਹੇ ਨੇ। ਮੈਂ ਇੱਕ ਵਾਰ ਇੱਥੇ ਕਮੈਂਟ ਕੀਤਾ ਸੀ ਕਿ ਮਨ ਕੀ ਬਾਤ ਨਹੀਂ, ਕੰਮ ਕੀ ਬਾਤ ਕਰੋ। मन की बात का क्या फायदा जो कुछ सुनता ही नहीं है। काम की बात करो जो लोगों के कम आवे, लोगों का जिहदे नाल फायदा होवे। ये मन की बात करते हैं हर बार, उसका कोई फायदा नहीं। अपने मन की बात करते हैं, सुनने को कोई तैयार नहीं है। तुसी इत्थे पक्के तौर ते अड्डे ला लए, इसे जगह ते बैठा जाएगा, बुराड़ी नहीं जाया जाएगा। ਅਸੀਂ ਬਿਲਕੁਲ ਬਰਾੜੀ ਨਹੀਂ ਜਾਵਾਂਗੇ, ਇੱਥੇ ਬੈਠੇ ਆ, ਸਾਡੀਆਂ ਮੰਗਾਂ ਮੰਨ ਲੈਣ। ਕੰਡੀਸ਼ਨਰ ਜਿਹੜੀਆਂ ਨੇ ਉਹ ਸਾਨੂੰ ਚਿੱਠੀਆਂ ਪੱਤਰ ਨਾ ਭੇਜਣ। ਇਨ ਕੰਡੀਸ਼ਨਰ ਜਿਹੜੀ ਆਉਂਦੀ ਹੈ ਅਸੀਂ ਉਹਨੂੰ ਮੰਨਣ ਨੂੰ ਤਿਆਰ ਆ। ਮੀਟਿੰਗ ਸਵੇਰੇ ਵੀ ਇਹੀ ਜਾਣਾ ਹੈ, ਸਾਡੀ ਕੁਦਰਤੀ ਮੀਟਿੰਗ ਚੱਲ ਰਹੀ ਸੀ ਵੀ ਜਾਣਾ ਹੈ। ਜੇਕਰ ਉਹ ਬੁਲਾ ਰਹੇ ਨੇ ਹੁਣ ਆਪਾਂ ਨੂੰ ਜਾਂ ਜਾਣਾ, ਉਹਦੇ ਵਿੱਚ ਆਪਾਂ ਕਿਵੇਂ ਕਿਹੜੇ ਤਰੀਕੇ ਨਾਲ ਆਪਾਂ ਗੱਲ ਕਰਨੀ ਹੈ। ਇਹਨੇ ਚਿਰ ਨੂੰ ਉਹਨਾਂ ਦੀ ਚਿੱਠੀ ਪਹੁੰਚ ਗਈ ਸਾਡੇ ਕੋਲੇ। ਚਿੱਠੀ ਦੇ ਵਿੱਚ ਉਹਨਾਂ ਨੇ ਇਹੀ ਲਿਖਤਾ ਵੀ ਤੁਸੀਂ ਜਾਓ ਬੁਰਾੜੀ ਤੇ ਅਗਲੇ ਦਿਨ ਤੁਹਾਡੇ ਨਾਲ ਗੱਲ ਕਰਾਂਗੇ। ਸਾਨੂੰ ਬੜਾ ਅਫਸੋਸ ਹੋਇਆ ਇਸ ਗੱਲ ਦਾ। ਅਸੀਂ ਕੋਈ ਸ਼ੌਂਕ ਨਾਲ ਨਹੀਂ ਇੱਥੇ ਬੈਠੇ, ਇਹ ਬੀਬੀਆਂ ਭੈਣਾਂ ਨੌਜਵਾਨ ਬੱਚੇ ਸਾਰੇ ਬੈਠੇ ਨੇ, ਬਜ਼ੁਰਗ ਬੈਠੇ ਨੇ। ਇਸ ਕਰਕੇ ਬੜੇ ਇੱਕ ਮਜਬੂਰਨ ਤਰੀਕੇ ਦੇ ਨਾਲ ਉਹ ਬੈਠੇ ਆ, ਪਰ ਸਿਰੜ ਬਣਾ ਕੇ ਬੈਠੇ ਨੇ। ਜਿੰਨਾ ਚਿਹਰੇ ਕਾਲੇ ਕਾਨੂੰਨ ਇਹਨਾਂ ਨੇ ਰੱਦ ਨਾ ਕੀਤੇ ਉਹਨਾਂ ਚਿਰ ਵਾਪਸ ਅਸੀਂ ਨਹੀਂ ਜਾਵਾਂਗੇ। ਨਾ ਕੋਈ ਬਰਾੜੀ ਨਾ ਕੋਈ ਸ਼ਰਾੜੀ, ਹੋਰ ਨਹੀਂ ਕਿਤੇ ਜਾਂਦੇ, ਨਾ ਸਾਨੂੰ ਜਾਣ ਦੀ ਲੋੜ ਹੈ। ਇਹ ਸਟੈਂਡ ਇਹਨਾਂ ਨੇ ਸਾਫ਼ ਕਰਤਾ। ਤੁਹਾਡਾ ਕੋਈ ਸਵਾਲ ਹੋਵੇ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਨੇ, ਸਵਾਲ ਜਿਹੜੇ ਨੇ ਉਹ ਲਿੱਤੇ ਜਾ ਸਕਦੇ ਨੇ। ਬੇਸਿਕਲੀ ਪੰਕਜ, ਇਸ ਵੇਲੇ ਜਿਵੇਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਸਰਕਾਰ ਕਾਨੂੰਨ ਰੱਦ ਕਰੇ ਔਰ ਸਰਕਾਰ ਕਾਨੂੰਨਾਂ ਦੇ ਫਾਇਦੇ ਗਿਣਾ ਰਹੀ ਹੈ। ਸੋ ਪੈਰਲਲ ਜਿਹੜਾ ਸਵਾਲ ਅਸੀਂ ਬੀਜੇਪੀ ਨੇਤਾਵਾਂ ਤੋਂ ਵੀ ਪੁੱਛ ਰਹੇ ਸੀ ਕਿ ਇੱਕ ਪਾਸੇ ਚਿੱਠੀ ਜਾਂਦੀ ਹੈ ਗੱਲਬਾਤ ਕਰਨ ਦੀ, ਚਲੋ ਕਿਸਾਨਾਂ ਨੇ ਸਪਸ਼ਟ ਕਰਤਾ, ਇਹ ਪਹਿਲਾਂ ਵੀ ਸਪਸ਼ਟ ਕਰਤਾ ਸੀਗਾ ਕਿ ਜੇ ਬਿਨਾਂ ਸ਼ਰਤ ਚਿੱਠੀ ਆਏਗੀ ਤਾਂ ਗੱਲਬਾਤ ਦਾ ਰਾਹ ਸਦਾ ਖੁੱਲਾ ਹੈ, ਉਹ ਬੰਦ ਵੀ ਨਹੀਂ ਕਰਨਾ ਚਾਹੀਦਾ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਦੂਸਰੇ ਪਾਸੇ ਜਿਹੜੀ ਪੈਰਲਲ ਇੱਕ ਪਾਸੇ ਉਹਦੇ ਫਾਇਦੇ ਗਿਣਾਏ ਜਾ ਰਹੇ ਹੈ, ਯਾਨੀ ਕਿਤੇ ਨਾ ਕਿਤੇ ਸਰਕਾਰ ਇਹ ਤਾਂ ਧਾਰ ਕੇ ਬੈਠੀ ਹੈ ਕਿ ਵਾਪਸ ਨਹੀਂ ਹੋਣੇ। ਐਸੇ ਵਿੱਚ ਫਿਰ ਗੱਲਬਾਤ ਕਿੱਥੇ ਸਟੈਂਡ ਕਰਦੀ ਹੈ ਜਾਂ ਕਿੱਥੇ ਸਟੈਂਡ ਕਰੇਗੀ? ਬਿਲਕੁਲ ਇਹ ਵੀ ਸਵਾਲ ਪੁੱਛ ਲੈਂਦੇ ਆ। ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਰੱਦ ਕੀਤੇ ਜਾਣ। ਕੇਂਦਰ ਸਰਕਾਰ ਦੇ ਮੰਤਰੀ, ਪ੍ਰਧਾਨ ਮੰਤਰੀ ਉਹ ਲਗਾਤਾਰ ਨਵੇਂ ਕਾਨੂੰਨਾਂ ਦੇ ਫਾਇਦੇ ਗਿਣਾ ਰਹੇ ਆ। ਗੱਲਬਾਤ ਲਈ ਤੁਸੀਂ ਟੇਬਲ ਤੇ ਬੈਠਦੇ ਵੀ ਹੋ। ਕੇਂਦਰ ਸਰਕਾਰ ਤਾਂ ਕਹਿ ਰਹੀ ਕਾਨੂੰਨ ਵਾਪਸ ਨਹੀਂ ਲਿੱਤੇ ਜਾਣਗੇ, ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਵਾਪਸ ਲਿੱਤੇ ਜਾਣ, ਤਾਂ ਫਿਰ ਗੱਲ ਸਿਰੇ ਕਿੱਥੇ ਨਿਪੜੇਗੀ? ਕੀ ਤੁਸੀਂ ਇਸ ਗੱਲ ਤੇ ਰਾਜੀ ਹੋ ਜਾਓਗੇ ਕਿ ਅਗਰ ਸੰਸ਼ੋਧਨ ਕਰਨਾ ਪਿਆ ਤਾਂ ਸੰਸ਼ੋਧਨ ਤੇ ਤੁਸੀਂ ਰਾਜੀ ਹੋ ਜਾਓਗੇ ਕਿ ਇਹ ਚੀਜ਼ਾਂ ਗਲਤ ਨੇ, MSP ਵਿੱਚ ਲਾਈਨ ਐਡ ਕਰ ਦਿੱਤੀ ਜਾਵੇ? ਇਸ ਦੇ ਨਾਲ ਜਿਵੇਂ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਹੈ, ਇਸੇ ਤਰੀਕੇ ਨਾਲ ਕ੍ਰਿਸ਼ੀ ਸੂਬਾ ਪੰਜਾਬ ਹੈ, ਇਸ ਨੂੰ ਕੁਝ ਖਾਸ ਰਿਆਇਤਾਂ ਦਿੱਤੀਆਂ ਜਾਣ। ਇਸ
ਗੱਲ ਨੂੰ ਲੈ ਕੇ ਰਾਜੀ ਹੋ ਜਾਓਗੇ? ਵੇਖੋ ਜਦੋਂ ਆਪਾਂ ਟੇਬਲ ਤੇ ਬੈਠਦੇ ਆ ਨਾ ਉਦੋਂ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਮੰਨਣਾ ਪੈਂਦੀਆਂ, ਕਈਆਂ ਨੂੰ ਛੱਡਣਾ ਪੈਂਦਾ, ਕਈਆਂ ਨੂੰ ਲੈਣਾ ਪੈਂਦਾ। ਇਹ ਗੱਲ ਨਾਲ ਮੈਂ ਸਹਿਮਤ ਹਾਂ, ਹੋ ਸਕਦਾ ਸਾਰਾ ਕੁਝ ਹੀ, ਪਰ ਜਿੰਨਾ ਚਿਰ ਉਹ ਸਹੀ ਤਰੀਕੇ ਨਾਲ ਮਨ ਨੂੰ ਸਾਫ਼ ਕਰਕੇ ਬੈਠਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਹੋਊਗਾ। ਜਿੰਨਾ ਚਿਰ ਉਹ ਜਿੱਦਾਂ ਲਾਉਂਦੇ ਰਹਿਣਗੇ ਕੁਝ ਨਹੀਂ ਹੋਊਗਾ। ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਉਹਨਾਂ ਦੇ ਫਾਇਦੇ ਵਾਲੇ ਨੇ, ਸਾਨੂੰ ਇਹਨਾਂ ਵਿੱਚੋਂ ਇੱਕ ਵੀ ਫਾਇਦੇ ਵਾਲਾ ਨਜ਼ਰ ਨਹੀਂ ਆਇਆ ਔਰ ਇੱਕ ਵੀ ਕਿਸੇ ਜਥੇਬੰਦੀ ਨੇ ਅੱਜ ਤੱਕ ਕਦੀ ਮੰਗ ਨਹੀਂ ਕੀਤੀ, ਕਦੀ ਕਿਸੇ ਕਿਸਾਨ ਨੇ ਮੰਗ ਨਹੀਂ ਕੀਤੀ ਵੀ ਆਹ ਕਾਨੂੰਨ ਲੈ ਕੇ ਆਓ, ਇਹਨਾਂ ਦਾ ਸਾਨੂੰ ਬੜਾ ਵੱਡਾ ਫਾਇਦਾ ਹੋਊਗਾ। ਬਿਲਕੁਲ ਇਹਨਾਂ ਆਪਣੀ ਮਰਜ਼ੀ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਇਹਨਾਂ ਨੇ ਕਾਨੂੰਨ ਲੈ ਕੇ ਆਂਦੇ ਨੇ, ਕਿਸਾਨ ਮਜ਼ਦੂਰ ਨੂੰ ਮਾਰਨ ਵਾਸਤੇ ਕਾਨੂੰਨ ਲੈ ਕੇ ਆਂਦੇ ਨੇ, ਉਹ ਹਰਗਿਜ਼ ਕਦੀ ਵੀ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਲੱਖੋਵਾਲ ਹੋਰੀ ਵੀ ਜੁੜੇ ਹੋਏ, ਇਹਨਾਂ ਨੂੰ ਵੀ ਪੁੱਛ ਲੈਂਦੇ ਆ ਕਿਉਂਕਿ ਕੇਂਦਰ ਸਾਡੇ ਨਾਲ ਸਰਕਾਰ ਦਾ ਹਰਜੀਤ ਗਰੇਵਾਲ ਜੁੜ ਗਏ ਨੇ ਫੋਨ ਲਾਈਨ ਤੇ। ਤੁਸੀਂ ਦੁਬਾਰਾ ਕਹਿ ਰਹੇ ਹੋ ਫਿਰ ਗਰੇਵਾਲ ਸਾਹਿਬ ਸੁਣ ਲਿਆ ਹੋਣਾ ਕਿਸਾਨਾਂ ਨੂੰ ਕੀ ਕਹਿ ਰਹੇ ਨੇ। ਤੁਸੀਂ ਧੱਕੇ ਨਹੀਂ ਐਵੇਂ ਫਾਇਦਾ ਸਾਡਾ ਕਰੀ ਜਾਂਦੇ ਹੋ, ਕਿਉਂ ਤੁਸੀਂ ਸਾਡਾ ਫਾਇਦਾ ਕਰ ਰਹੇ ਹੋ? ਵਿਚਲਾ ਰਾਹ ਕਿਵੇਂ ਨਿਬੜੇਗਾ? ਤੁਸੀਂ ਕਹਿ ਰਹੇ ਹੋ ਕਾਨੂੰਨ ਵਾਪਸ ਲਿੱਤੇ ਜਾਣ ਔਰ ਉਹ ਕਹਿ ਰਹੇ ਕਿ ਕਾਨੂੰਨ ਦੇ ਇਹ ਫਾਇਦੇ ਨੇ। ਅਸੀਂ ਫਾਇਦਾ ਲੈਣਾ ਹੀ ਨਹੀਂ ਚਾਹੁੰਦੇ। ਇਹਨਾਂ ਨੇ ਬਿਹਾਰ ਦੇ ਵਿੱਚ 2006 ਦੇ ਵਿੱਚ ਇਹ ਕਾਨੂੰਨ ਲਾਗੂ ਕੀਤੇ ਸੀ। ਉੱਥੇ ਦੀ ਪਰ ਕੈਪੀਟਾ ਇਨਕਮ ਦੇਖ ਲਓ ਤੇ ਪੰਜਾਬ ਦੀ ਦੇਖ ਲਓ, ਉਹ 7,500 ਇੱਥੇ 21,000 ਆ। ਉੱਥੇ ਦਾ ਜਿਹੜਾ 4-5 ਕਿੱਲੇ ਵਾਲਾ ਸਾਡੇ ਇੱਥੇ ਮਜ਼ਦੂਰੀ ਕਰਨ ਆਉਂਦਾ ਤੇ ਅਸੀਂ ਇੱਥੇ ਵਧੀਆ ਰੋਟੀ ਖਾਂਦੇ ਆ। ਇਹ ਸਾਡੇ ਸੂਬੇ ਨੂੰ ਡੁਬਾਉਣਾ ਚਾਹੁੰਦੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਖੇਤੀਬਾੜੀ ਸਾਡੀ ਦੇਣੀ ਚਾਹੁੰਦੇ ਆ। ਸਾਡੀਆਂ ਫਰਟਾਈਲ ਜ਼ਮੀਨਾਂ ਨੇ, ਸਾਡਾ ਹਰ ਫਸਲ ਹੁੰਦੀ ਆ, ਉਹ ਜ਼ਮੀਨਾਂ ਇਹ ਉਹਨਾਂ ਨੂੰ ਦੇਣਾ ਚਾਹੁੰਦੇ ਆ ਤੇ ਕਿਸਾਨਾਂ ਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ। ਲੇਕਿਨ ਫਿਰ ਵਿਚਲਾ ਰਾਹ ਨਿਕਲੇਗਾ ਕਿਵੇਂ? ਰਾਹ ਕਿਵੇਂ ਨਿਕਲੇਗਾ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਰੱਦ ਹੋਣ, ਤੁਹਾਨੂੰ ਲੱਗਦਾ ਹੈ ਕਿ ਅਗਰ ਸੋਧ ਕੀਤਾ ਜਾਂਦਾ, ਜਿਵੇਂ ਹਿਮਾਚਲ ਪ੍ਰਦੇਸ਼ ਪਹਾੜੀ ਸੂਬਾ ਹੈ ਤਾਂ ਉਹਨੂੰ ਖਾਸ ਰਿਆਇਤਾਂ ਮਿਲੀਆਂ ਹੋਈਆਂ, ਪੰਜਾਬ ਖੇਤੀਬਾੜੀ ਸੂਬਾ ਹੈ ਤਾਂ ਉਹਨੂੰ ਖਾਸ ਰਿਆਇਤਾਂ ਦਿੱਤੀਆਂ ਜਾਣ। ਪੰਜਾਬ ਹਰਿਆਣੇ ਨੂੰ ਇਸ ਤਰ੍ਹਾਂ, ਪੰਜਾਬ ਹਰਿਆਣੇ 'ਚ ਐਮਐਸਪੀ ਆ ਸਿਰਫ ਉਹ ਵੀ 2 ਫਸਲਾਂ ਤੇ। ਇਹਨਾਂ ਨੇ 23 ਫਸਲਾਂ ਤੇ ਜਿਹੜੀ ਐਮਐਸਪੀ ਬਣਾਈ ਹੋਈ ਆ, ਪਰ ਮਿਲਦੀ ਤਾਂ ਸਾਨੂੰ 2 ਫਸਲਾਂ ਦੇ। ਸਾਡੀ ਮੱਕੀ ਤੇ 1,850 ਐਮਐਸਪੀ, ਸਾਨੂੰ 900 ਰੁਪਏ ਲੁੱਟੀ ਇਹਨਾਂ ਨੇ। ਸਾਡੀ ਮੂੰਗੀ ਨਰਮਾ 1000 ਰੁਪਇਆ ਥੱਲੇ ਵਿਕਿਆ। ਇਸ ਤਰ੍ਹਾਂ ਸਾਰੀਆਂ ਫਸਲਾਂ ਸਾਡੀਆਂ ਘੱਟ ਰੇਟ ਤੇ ਵਿਕਦੀਆਂ। ਸਾਨੂੰ ਇਹ ਡਰ ਆ ਵੀ ਜਿੱਦਣ ਇਹ ਕਾਨੂੰਨ ਲਾਗੂ ਹੋ ਗਏ, ਹੁਣ ਯੂਪੀ ਦੇ ਵਿੱਚੋਂ ਝੋਨਾ ਪੰਜਾਬ 'ਚ ਆ ਕੇ ਵਿਕਿਆ, ਉੱਥੇ 800-900 ਰੁਪਏ ਝੋਨਾ ਵਿਕਿਆ ਤੇ ਸਾਡੇ 1800-1900 ਰੁਪਏ ਵਿਕਦਾ। ਇਸ ਤਰ੍ਹਾਂ ਕਣਕ ਦਾ ਰੇਟ ਆ, ਸਾਡਾ ਜੋ ਸਿਸਟਮ ਚੱਲ ਰਿਹਾ 800 ਵਿਕਦੇ, ਸਾਡੇ 1900 ਰੁਪਏ ਵਿਕਦੀ ਆ। ਅਸੀਂ ਕਹਿੰਦੇ ਮੀਟਿੰਗ ਕਰੋ। ਹਾਂਜੀ ਆ ਮੈਨੂੰ ਵਿੱਚ ਆਵਾਜ਼ ਹੋਰ ਆ ਰਹੀ ਹੈ ਵਿਜੇਪਾਲ ਜੀ। ਜੀ ਹਾਂਜੀ ਹੁਣ ਕਲੀਅਰ ਹੈ। ਹਾਂਜੀ ਬੇਸਿਕਲੀ ਗਰੇਵਾਲ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਸਰਕਾਰ ਵਾਰ-ਵਾਰ ਇਹ ਦਾਵਾ ਕਰ ਰਹੀ ਹੈ, ਵਾਰ-ਵਾਰ ਇਹ ਦੁਹਰਾ ਰਹੀ ਹੈ ਕਿ ਉਹ ਉਹਨਾਂ ਦਾ ਫਾਇਦਾ ਕਰ ਰਹੀ ਹੈ, ਜਦੋਂ ਕਿ ਅਸੀਂ ਫਾਇਦੇ ਦੀ ਮੰਗ ਨਹੀਂ ਕੀਤੀ। ਸਾਡਾ ਜੋ ਪੁਰਾਣਾ ਸਿਸਟਮ ਹੈ ਉਹ ਬਹਾਲ ਰਵੇ, ਸਾਨੂੰ ਫਾਇਦਾ ਨਹੀਂ ਚਾਹੀਦਾ। ਅੱਛਾ ਤੇ ਦੇਖੋ ਗੱਲ ਇਹ ਹੈ, ਇਹ ਤਾਂ ਬੈਠ ਕੇ ਸਰਕਾਰ ਨਾਲ ਗੱਲ ਹੋ ਜਾਣੀ ਆ। ਗੱਲਬਾਤ ਅੱਜ ਕੱਲ੍ਹ 'ਚ ਹੀ ਹੋਣ ਵਾਲੀ ਹੈ, ਕੋਈ ਜ਼ਿਆਦਾ ਲੰਬਾ ਟਾਈਮ ਨਹੀਂ ਹੈ। ਠੀਕ ਹੈ ਤੇ ਗੱਲਬਾਤ 'ਚ ਕੋਈ ਹੱਲ ਨਿਕਲਣਾ। ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਉਹ ਕਹਿੰਦੇ ਵੀ ਜਦੋਂ ਅਸੀਂ ਅੱਜ ਮੀਟਿੰਗ ਬਿਠਾਈ ਸੀ, ਅਸੀਂ ਇਹ ਚਰਚਾ ਕਰ ਰਹੇ ਸੀ ਕਿ ਹੁਣ ਸਰਕਾਰ ਨਾਲ ਗੱਲਬਾਤ ਕਰਨ ਜਾਣਾ ਹੈ, ਕਿਵੇਂ ਜਾਣਾ ਹੈ, ਕੀ ਰਣਨੀਤੀ ਰਹੂਗੀ, ਕਿਹੜੇ-ਕਿਹੜੇ ਲੀਡਰ ਜਾਣਗੇ। ਇੰਨੇ 'ਚ ਚਿੱਠੀ ਆ ਗਈ। ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਪਹਿਲਾਂ ਬਰਾੜੀ ਜਾ ਕੇ ਬੈਠੋ, ਫਿਰ ਅਗਲੇ ਦਿਨ ਤੁਹਾਡੇ ਜਦੋਂ ਬਰਾੜੀ ਬੈਠ ਜਾਓਗੇ ਅਗਲੇ ਦਿਨ ਤੁਹਾਡੇ ਨਾਲ ਗੱਲਬਾਤ ਹੋਊਗੀ। ਉਹ ਕਹਿੰਦੇ ਜਦੋਂ ਇਹ ਸ਼ਰਤ ਲੱਗ ਕੇ ਆ ਗਈ, ਫਿਰ ਅਸੀਂ ਇਹਨੂੰ ਆਪਦਾ ਅਪਮਾਨ ਸਮਝਿਆ ਤੇ ਅਸੀਂ ਰੱਦ ਕਰਤਾ ਗੱਲਬਾਤ ਦਾ। ਬਰਾੜੀ ਦੀ ਕੋਈ ਸ਼ਰਤ ਨਹੀਂ ਸੀ। ਬਰਾੜੀ ਦਾ ਤਾਂ ਇਹ ਸੀਗਾ ਕਿ ਕਿਸਾਨ ਉੱਥੇ ਬੈਠ ਜਾਣਗੇ, ਉੱਥੇ ਜਗ੍ਹਾ ਖੁੱਲੀ ਆ, ਕੋਈ ਨੁਕਸਾਨ ਨਹੀਂ ਹੋਏਗਾ। ਬਿਮਾਰੀ ਦਾ, ਸਰਦੀ ਦਾ ਔਰ ਪਾਣੀ ਦਾ, ਟਾਇਲਟਸ ਦਾ, ਹਰ ਚੀਜ਼ ਦਾ ਉੱਥੇ ਇੰਤਜ਼ਾਮ ਆ ਤੇ ਬਾਕੀ ਕਿਸੇ ਜਗ੍ਹਾ ਤੇ ਇੰਨੇ ਲੋਕਾਂ ਦਾ ਇੰਤਜ਼ਾਮ ਨਹੀਂ ਹੈ, ਇਸ ਕਰਕੇ ਕੀਤਾ ਸੀ। ਜੇ ਹੁਣ ਉਹ ਕਹਿੰਦੇ ਆ ਵੀ ਅਸੀਂ ਨਹੀਂ ਜਾਂਦੇ, ਅਸੀਂ ਇੱਥੇ ਹੀ ਬੈਠੇ ਆ, ਫਿਰ ਹੁਣ ਗੱਲਬਾਤ ਲਈ ਬੁਲਾਉਂਗੇ? ਨਹੀਂ, ਗੱਲਬਾਤ ਲਈ ਤਾਂ ਬੁਲਾ ਹੀ ਰਹੇ ਆ। ਉਹ ਤਾਂ ਉਹਨਾਂ ਦੇ ਫਾਇਦੇ ਲਈ, ਕਿਉਂਕਿ ਬੱਚੇ ਵੀ ਨੇ ਉਹਨਾਂ 'ਚ, ਮਹਿਲਾਵਾਂ ਵੀ ਨੇ, ਬਜ਼ੁਰਗ ਵੀ ਨੇ, ਉਹਨਾਂ ਦੇ ਭਲੇ ਲਈ ਸੀ, ਕੋਈ ਇਸ ਕਰਕੇ ਨਹੀਂ ਹੈ। ਜੇ ਉਹ ਨਹੀਂ ਕਰਨਾ ਚਾਹੁੰਦੇ ਤਾਂ ਅਲੱਗ ਗੱਲ ਹੈਗੀ ਆ, ਗੱਲਬਾਤ ਤਾਂ ਹੋਣੀ ਹੈ ਫਿਰ ਵੀ। ਅੱਛਾ, ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਗਰੇਵਾਲ ਜੀ, ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ ਸਰਕਾਰ, ਕੇਂਦਰ ਸਰਕਾਰ ਕਿਤੇ ਨਾ ਕਿਤੇ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਜਿਹੜਾ ਅੰਦੋਲਨ ਹੈ ਉਹ ਸਿਰਫ ਪੰਜਾਬ ਦੇ ਕਿਸਾਨ ਕਰ ਰਹੇ ਹੈ। ਔਰ ਉਹ ਕਿਸਾਨਾਂ ਨੇ ਇਸ ਲਈ ਕਿਹਾ ਕਿ ਉਹ ਕਹਿੰਦੇ ਅੱਜ ਵੀ ਜਿਹੜੀ ਚਿੱਠੀ ਆਈ ਸੀ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਨੂੰ ਇਨਵਾਈਟ ਆਇਆ ਸੀ, ਜਦੋਂ ਕਿ ਉਹਨਾਂ ਨੇ ਇੱਕ ਸੰਯੁਕਤ ਕਿਸਾਨ ਮੋਰਚਾ ਬਣਾ ਲਿਆ ਜਿਹਦੇ 'ਚ ਪੂਰੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਨੇ, ਔਰ ਸਾਨੂੰ ਇਨਵਾਈਟ ਉਸ ਹਿਸਾਬ ਨਾਲ ਆਉਣਾ ਚਾਹੀਦਾ। ਨਹੀਂ, ਅਜੇ ਤਾਂ ਦੇਖੋ ਗੱਲ ਇਹ ਆ ਵੀ 200-250 ਬੰਦੇ ਨਾਲ ਨਹੀਂ ਬੈਠਿਆ ਜਾ ਸਕਦਾ ਜੋ ਇਹ ਕਹਿੰਦੇ ਆ। ਕਿਸਾਨ ਮੋਰਚਾ ਬਣਾਇਆ, ਉਹਨਾਂ ਦੀ ਕਮੇਟੀ ਹੈ, 8-10 ਲੋਕ ਨੇ। ਇਹਨਾਂ ਨੂੰ ਚਿੱਠੀ ਭੇਜਦੇ ਨੇ, 5-7 ਬੰਦੇ ਜਿਹੜੇ ਵੀ ਆਉਣੇ ਆ ਜਾਣ, ਆਪਣੀ ਕਮੇਟੀ ਬਣਾ ਕੇ, ਕੋਈ ਰੋਕਦਾ ਇਹਨਾਂ ਨੂੰ? ਕੋਈ ਦਿੱਕਤ ਨਹੀਂ ਹੈ। ਉਹ ਤਾਂ ਐਵੇਂ ਅਰਚਨਾ ਖੜੀਆਂ ਕਰਨ ਵਾਲੀ ਗੱਲ ਆ, ਐਸਾ ਕੁਝ ਨਹੀਂ ਹੈ। ਠੀਕ ਹੈ ਜੀ।
ਸੋ ਹੁਣ ਕੀ ਕਦੋਂ ਤੱਕ ਮੀਟਿੰਗ ਦੀ ਐਕਸਪੈਕਟ ਕਰ ਸਕਦੇ ਆ, ਉਮੀਦ ਕਰ ਇੱਕ ਸਕਦੇ ਜਾਂ ਹਾਂ? ਦੋ ਦਿਨ ਚ, ਇੱਕ ਜਾਂ ਦੋ ਦਿਨ ਚ ਸ਼ਾਮ ਨੂੰ ਦੱਸ ਦਿਆਂਗੇ ਤੁਹਾਨੂੰ, ਜਾਂ ਕੱਲ ਸਵੇਰੇ ਦੱਸ ਦਿਆਂਗੇ। ਠੀਕ ਹੈ, ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ। ਤਾਂ 1 ਜਾਂ 2 ਦਿਨ ਦੇ ਵਿੱਚ ਮੀਟਿੰਗ ਬਾਰੇ ਮੁੜ ਵਿਚਾਰ, ਮੁੜ ਫੈਸਲਾ ਹੋਏਗਾ। ਕਹਿ ਰਹੇ ਨੇ ਬੀਜੇਪੀ ਆਗੂ ਕਿ ਬਿਨਾਂ ਸ਼ਰਤ ਤੋਂ ਚਿੱਠੀ ਭੇਜਾਂਗੇ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਗੱਲਬਾਤ ਹੋਏਗੀ। ਬੀਜੇਪੀ ਵਾਰ-ਵਾਰ ਇਹ ਦਾਅਵਾ ਕਰਦੀ ਹੈ ਕਿ ਗੱਲਬਾਤ ਦੇ ਰਾਹ ਜਿਹੜੇ ਆ ਖੁੱਲ੍ਹੇ ਰੱਖੇ ਜਾਣਗੇ। ਕਿਸਾਨ ਵੀ ਇਹ ਸਪਸ਼ਟ ਤੌਰ ਤੇ ਕਹਿ ਚੁੱਕੇ ਨੇ ਕਿ ਸਾਨੂੰ ਗੱਲਬਾਤ ਕਰਨ 'ਚ ਕੋਈ ਇਤਰਾਜ਼ ਨਹੀਂ ਹੈ, ਦੁਬਾਰਾ ਸਾਨੂੰ ਬੁਲਾਇਆ ਜਾਏਗਾ, ਅਸੀਂ ਗੱਲਬਾਤ ਕਰਨ ਦੇ ਲਈ ਜ਼ਰੂਰ ਆਵਾਂਗੇ, ਪਰ ਸ਼ਰਤਾਂ ਸਾਨੂੰ ਮਨਜ਼ੂਰ ਨਹੀਂ, ਸ਼ਰਤਾਂ ਦੇ ਤਹਿਤ ਅਸੀਂ ਗੱਲਬਾਤ ਕਰਨ ਨਹੀਂ ਜਾਣਾ। ਫਿਲਹਾਲ ਕਿਸਾਨਾਂ ਨੇ ਇਹ ਫੈਸਲਾ ਲਿਆ ਕਿ ਹੁਣ ਦਿੱਲੀ ਦੇ ਬਾਰਡਰਾਂ ਤੇ ਹੀ ਡਟਣਾ ਹੈ ਤੇ ਅਗਲੇ 1-2 ਦਿਨਾਂ ਦੇ ਵਿੱਚ ਜਿਹੜੇ ਦਿੱਲੀ ਨੂੰ ਵੱਖ-ਵੱਖ ਰਸਤੇ ਲੱਗਦੇ ਨੇ ਉਹਨਾਂ ਰਸਤਿਆਂ ਨੂੰ ਵੀ ਸੀਲ ਕਰ ਦਿੱਤਾ ਜਾਏਗਾ। ਕੁਝ ਤਰਕ ਕਿਸਾਨਾਂ ਨੇ ਦਿੱਤੇ ਨੇ ਖੇਤੀ ਕਾਨੂੰਨਾਂ ਬਾਰੇ। ਕਿਸਾਨ ਕਹਿ ਰਹੇ ਨੇ ਕਿ ਜੇ ਸਰਕਾਰ ਦਾਅਵਾ ਕਰਦੀ ਹੈ ਕਿ ਖੇਤੀ ਕਾਨੂੰਨ ਉਹਨਾਂ ਦੇ ਪੱਖ 'ਚ ਲਿਆਂਦੇ ਗਏ ਨੇ ਤਾਂ ਅਸੀਂ ਖੇਤੀ ਕਾਨੂੰਨ ਮੰਗੇ ਹੀ ਨਹੀਂ। ਦੂਜੀ ਗੱਲ ਕਿਸਾਨਾਂ ਨੇ ਕਿਹਾ ਕਿ ਵਿਚੋਲੀਏ ਕਿਸ ਨੂੰ ਕਿਹਾ ਜਾ ਰਿਹਾ ਹੈ, ਸਰਕਾਰ ਇਹ ਡੈਫੀਨੇਸ਼ਨ ਨਿਰਧਾਰਿਤ ਕਰੇ, ਦੱਸੇ। ਸਾਡੇ ਮੁਤਾਬਕ ਜਿਹੜੇ ਆੜਤੀਏ ਨੇ ਉਹ ਸਰਵਿਸ ਪ੍ਰੋਵਾਈਡਰ ਨੇ, ਉਹ ਕਿਸਾਨਾਂ ਨੂੰ ਉਹਨਾਂ ਦੀ ਫਸਲ ਘਰੋਂ ਚੁਕਵਾ ਕੇ ਲਿਆ ਕੇ ਮੰਡੀ 'ਚ ਸਾਫ਼ ਕਰਕੇ ਵੇਚਣ ਔਰ ਪੈਸੇ ਦੇਣ ਤੱਕ ਜਿਹੜੀ ਸਰਵਿਸ ਪ੍ਰੋਵਾਈਡ ਕਰਦੇ ਨੇ, ਉਸ ਸਰਵਿਸ ਦੇ ਬਦਲੇ 'ਚ ਉਹ ਪੈਸੇ ਲੈਂਦੇ ਨੇ, ਇਸ ਕਰਕੇ ਉਹ ਵਿਚੋਲੀਏ ਨਹੀਂ ਹਨ, ਇਹ ਵੀ ਕਿਸਾਨ ਕਹਿ ਰਹੇ ਨੇ। ਤੀਸਰੀ ਗੱਲ ਕਿਸਾਨਾਂ ਨੇ ਕਹੀ ਹੈ ਕਿ ਜੋ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ, ਇਹ ਪਹਿਲਾਂ ਵੀ ਇਸ ਤੇ ਕੋਈ ਰੋਕ ਨਹੀਂ ਸੀ। ਪੁਰਾਣੇ ਕਾਨੂੰਨਾਂ ਦੇ ਮੁਤਾਬਕ ਕਿਸਾਨਾਂ ਦੇ ਫਲ ਫਰੂਟ ਫਸਲਾਂ ਪਹਿਲਾਂ ਵੀ ਦੂਜੇ ਸੂਬਿਆਂ 'ਚ ਜਾਂਦੀਆਂ ਨੇ, ਪੰਜਾਬ ਦੇ ਵਿੱਚ ਵੀ ਦੂਜੇ ਸੂਬਿਆਂ ਤੋਂ ਫਸਲ ਆਉਂਦੀ ਹੈ ਔਰ ਵਿਕਦੀ ਵੀ ਰਹੀ ਹੈ। ਅਗਲੀ ਗੱਲ ਕਿਸਾਨਾਂ ਨੇ ਕਹੀ ਹੈ ਕਿ ਸਰਕਾਰ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰਦੀ ਹੈ, ਪਰ ਇਹਨਾਂ ਨੇ ਇੱਕ ਦੇਸ਼ 2 ਮੰਡੀਆਂ ਬਣਾ ਦਿੱਤੀਆਂ ਨੇ, ਇੱਕ ਸਰਕਾਰੀ ਮੰਡੀ, ਇੱਕ ਪ੍ਰਾਈਵੇਟ ਮੰਡੀ।